ਹੈਲੋ, ਗੁੱਡ ਮਾਰਨਿੰਗ, ਗੁੱਡ ਈਵਨਿੰਗ, ਆਦਾਬ ਸਾਰੇ ਜਣਿਆਂ ਨੂੰ। ਠੀਕ ਹੈ ਜੀ, ਜਿਹੜੇ ਜਿਹੜੇ ਦੇਖ ਰਹੇ ਨੇ। ਸੋ ਤੁਹਾਨੂੰ ਪਤਾ ਹੈ ਕਿ ਆਪਣੀ ਮੈਡੀਵਲ ਹਿਸਟਰੀ ਦੀ ਕਲਾਸਿਸ ਸ਼ੁਰੂ ਹੋ ਰੱਖੀਆਂ ਨੇ। ਠੀਕ ਹੈ ਜੀ, ਤੇ ਜਿਹੜੀ ਇਹ ਕਲਾਸਿਸ ਨੇ ਆਪਣੇ ਕੋਲੇ ਲਗਭਗ 2-3 ਕਲਾਸਾਂ ਹੋ ਚੁੱਕੀਆਂ। ਅੱਜ ਅਗਲੀ ਕਲਾਸ ਹੈ। ਇਹਦੇ ਵਿੱਚ ਸਾਰਾ ਕੁਝ ਸ਼ੁਰੂ ਤੋਂ ਲੈ ਕੇ ਕਿਵੇਂ ਆਪਣੇ ਕੋਲੇ ਅਫਗਾਨ ਉਹ ਆਇਆ ਸੀ, ਤੁਰਕ ਆਏ ਸੀ। ਠੀਕ ਹੈ, ਕਿਵੇਂ ਆਪਣੇ ਕੋਲੇ ਗਜ਼ਨੀ ਆਇਆ ਪਹਿਲਾ ਤੁਰਕੀ, ਫਿਰ ਗੌਰੀ ਆਇਆ, ਤਰਾਇਨ ਦਾ ਪਹਿਲਾ ਯੁੱਧ, ਤਰਾਇਨ ਦਾ ਦੂਜਾ ਯੁੱਧ, ਚੰਦਾਵਰ ਦਾ ਯੁੱਧ, ਕਿਵੇਂ ਆਪਣੇ ਕੋਲੇ ਕੁਤਬੁੱਦੀਨ ਐਬਕ ਆਇਆ, ਉਹ ਸਾਰਾ ਕੁਝ ਆਪਾਂ ਕਰਵਾ ਚੁੱਕੇ। ਸੋ ਉਸ ਤੋਂ ਅੱਗੇ ਚੱਲਦੇ ਹਾਂ। ਜਿਹਨੇ ਉਹ ਪੁਰਾਣੀ ਵੀਡੀਓਜ਼ ਨਹੀਂ ਦੇਖੀਆਂ, ਕਿਰਪਾ ਕਰਕੇ ਉਹਨਾਂ ਵੀਡੀਓਜ਼ ਨੂੰ ਜ਼ਰੂਰ ਦੇਖ ਲਿਓ। ਠੀਕ ਹੈ ਜੀ। ਸੋ ਆਪਣੇ ਕੋਲੇ ਅੱਜ ਦਾ ਕੁਐਸਚਨ ਹੈ, ਵਟ ਵਾਜ਼ ਦਾ ਟਾਈਮ ਪੀਰੀਅਡ ਆਫ ਕਿਹਦਾ? ਇਲਤੁਤਮਿਸ਼ ਦਾ। ਤਾਂ ਇਲਤੁਤਮਿਸ਼ ਮੈਂ ਪਹਿਲਾਂ ਤੁਹਾਨੂੰ ਦੱਸ ਦਿੰਦਾ ਕਿ ਭਾਰਤ ਦੇ ਵਿੱਚ ਸਲੇਵ ਡਾਇਨੈਸਟੀ ਦੀ ਸ਼ੁਰੂਆਤ ਹੋਈ। ਸਲੇਵ ਡਾਇਨੈਸਟੀ ਭਾਰਤ ਦੇ ਵਿੱਚ ਕੀ ਹੋਈ? ਸਲੇਵ ਡਾਇਨੈਸਟੀ ਦੀ ਸ਼ੁਰੂਆਤ ਹੋਈ। ਕਦੋਂ ਤੋਂ ਕਦੋਂ ਤੱਕ ਸੀਗੀ ਇਹ? 1206 ਤੋਂ ਲੈ ਕੇ 1290 ਤੱਕ। ਜਿਹਦਾ ਪਹਿਲਾ ਰੂਲਰ ਸੀਗਾ, ਰਾਜਾ ਸੀਗਾ, ਸੁਲਤਾਨ ਨਹੀਂ ਬਣਿਆ। ਮਤਲਬ ਉਹਨੇ ਰੂਲ ਤਾਂ ਜ਼ਰੂਰ ਕੀਤਾ ਪਰ ਉਹ ਸੁਲਤਾਨ ਨਹੀਂ ਸੀ। ਉਹ ਕੌਣ ਸੀ? ਕੁਤਬਉਦੀਨ ਐਬਕ। ਠੀਕ ਹੈ ਜੀ, ਜਿਹੜਾ ਕਦੇ ਵੀ ਸੁਲਤਾਨ ਨਹੀਂ ਬਣਿਆ, ਜਿਹੜਾ ਕਦੇ ਵੀ ਸੁਲਤਾਨ ਨਹੀਂ ਬਣਿਆ। ਇਹ ਇੱਕ ਰੂਲਰ ਸੀਗਾ। ਠੀਕ ਹੈ, ਤੇ ਇਸ ਬੰਦੇ ਨੇ ਆਪਣੇ ਕੋਲੇ ਕੀ ਕੀਤਾ? ਜਦੋਂ ਗੱਦੀ ਦੇਣ ਦੀ ਵਾਰੀ ਆਈ ਤਾਂ ਇਹ ਤੋਂ ਬਾਅਦ ਕੌਣ ਬਣਿਆ ਗੱਦੀ ਤੇ? ਆਰਾਮ ਸ਼ਾਹ। ਇਹ ਤੋਂ ਬਾਅਦ ਗੱਦੀ ਤੇ ਕੌਣ ਆਇਆ? ਆਰਾਮ ਸ਼ਾਹ। ਤੇ ਆਰਾਮ ਸ਼ਾਹ ਤੋਂ ਬਾਅਦ ਆਰਾਮ ਸ਼ਾਹ ਨੂੰ ਮਾਰ ਕੇ ਜਾਂ ਹਰਾ ਕੇ ਗੱਦੀ ਤੇ ਕੌਣ ਬੈਠਾ ਸੀਗਾ? ਇਲਤੁਤਮਿਸ਼। ਆਰਾਮ ਸ਼ਾਹ ਤੋਂ ਬਾਅਦ ਕੌਣ ਬੈਠਾ ਸੀ? ਇਲਤੁਤਮਿਸ਼। ਤਾਂ ਇੰਪੋਰਟੈਂਟ ਕੁਐਸਚਨ ਇੱਥੇ ਕੀ ਹੈ ਬੱਚੇ, ਕਿ ਜਿਹੜਾ ਕੁਤਬਉਦੀਨ ਐਬਕ ਸੀਗਾ ਇਹ ਕਿੰਨੇ ਤੋਂ ਕਿੰਨੇ ਤੱਕ ਰਿਹਾ? 1206 ਤੋਂ ਲੈ ਕੇ 1210 ਤੱਕ ਰਿਹਾ। ਜਿਹੜਾ ਆਰਾਮ ਸ਼ਾਹ ਸੀਗਾ ਇਹ ਸਿਰਫ 1 ਸਾਲ ਤੱਕ ਰਿਹਾ, 1210 ਤੋਂ 1211। ਜਿਹੜਾ ਇਲਤੁਤਮਿਸ਼ ਦਾ ਟਾਈਮ ਪੀਰੀਅਡ ਸੀ ਜੋ ਆਪਣੇ ਕੋਲ ਕੁਐਸਚਨ 'ਚ ਪੁੱਛਿਆ ਗਿਆ, ਇਹ ਰਿਹਾ 1211 ਤੋਂ 1236 ਈਸਵੀ ਤੱਕ। ਤੇ ਜੇ ਮੈਂ ਇਹਦੀ ਅਸਲ ਨਾਮ ਦੀ ਗੱਲ ਕਰਾਂ ਤਾਂ ਇਹਦਾ ਨਾਮ ਸੀ ਸ਼ਮਸ਼ਉਦੀਨ। ਇਹਦਾ ਅਸਲ ਨਾਮ ਕੀ ਸੀ? ਸ਼ਮਸ਼ਉਦੀਨ। ਇਹਦਾ ਅਸਲ ਨਾਮ ਸੀ ਸ਼ਮਸ਼ਉਦੀਨ। ਤਾਂ ਇਹ ਕੁਐਸਚਨ ਦੀ ਜਾਣਕਾਰੀ ਆਪਾਂ ਨੂੰ ਇੱਥੋਂ ਮਿਲਦੀ ਹੈ। ਇਹ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ। ਅੱਜ ਮੈਂ ਗੋਰਾ ਜਿਹਾ ਖਾਸ ਹੀ ਲੱਗ ਰਿਹਾ, ਪਤਾ ਨਹੀਂ ਕਿਉਂ। ਚਲੋ ਅਗਲਾ ਕੁਐਸਚਨ ਹੈ, ਹੂ ਸ਼ਿਫਟਡ ਹਿਸ ਕੈਪੀਟਲ ਫਰੋਮ ਲਾਹੌਰ ਟੂ ਦਿੱਲੀ। ਤਾਂ ਬਹੁਤ ਇੰਪੋਰਟੈਂਟ ਕੁਐਸਚਨ। ਦੇਖੋ ਪਹਿਲਾਂ ਲਾਹੌਰ ਕਿਵੇਂ ਬਣੀ, ਦਿੱਲੀ ਕਿਵੇਂ ਬਣੀ, ਉਹ ਦੱਸਾਂਗੇ ਆਪਾਂ। ਸਭ ਤੋਂ ਪਹਿਲਾਂ ਗੌਰੀ ਆਇਆ, ਮੁਹੰਮਦ ਗੌਰੀ ਜਿਹਨੂੰ ਆਪਾਂ ਕਹਿੰਦੇ ਆ। ਉਹਨੇ ਫਸਟ ਬੈਟਲ ਆਫ ਤਰਾਇਨ ਲੜੀ। ਕਿਹੜੀ? ਫਸਟ ਬੈਟਲ ਆਫ 1191 ਦੇ ਵਿੱਚ। ਇਹਨੇ ਹੀ ਸੈਕਿੰਡ ਬੈਟਲ ਆਫ ਤਰਾਇਨ ਲੜੀ। ਸੈਕਿੰਡ ਬੈਟਲ ਆਫ 1192 ਦੇ ਵਿੱਚ। ਇਹਦੇ ਵਿੱਚ ਗੌਰੀ ਹਾਰ ਗਿਆ, ਇਹਦੇ ਵਿੱਚ ਗੌਰੀ ਜਿੱਤ ਗਿਆ। ਸੈਕਿੰਡ ਬੈਟਲ ਆਫ ਤਰਾਇਨ 'ਚ ਗੌਰੀ ਜਿੱਤ ਗਿਆ, ਫਸਟ ਬੈਟਲ ਆਫ ਤਰਾਇਨ ਦੇ ਵਿੱਚ ਗੌਰੀ ਹਾਰ ਗਿਆ। ਤੇ ਦੋਨੇ ਇਹ ਹੋਈਆਂ ਕਿਹਦੇ ਖਿਲਾਫ ਸੀ? ਦੋਨੇ ਬੈਟਲਸ ਪ੍ਰਿਥਵੀ ਰਾਜ ਚੌਹਾਨ, ਜਿਹੜਾ ਕਿ ਥਰਡ ਸੀਗਾ। ਠੀਕ ਹੈ, ਪਿਛਲੇ ਵੀਡੀਓ 'ਚ ਮੈਂ ਬਹੁਤ ਚੰਗੀ ਤਰ੍ਹਾਂ ਕਲੀਅਰ ਕਰ ਗਿਆ, ਹੁਣ ਦੁਬਾਰਾ ਨਹੀਂ ਦੱਸੂਗਾ। ਪ੍ਰਿਥਵੀ ਰਾਜ ਚੌਹਾਨ ਤੀਜੇ ਨਾਲੇ ਜੰਗਾਂ ਹੋਈਆਂ ਸੀ। ਦੂਜੇ 'ਚ ਗੌਰੀ ਜਿੱਤ ਗਿਆ ਤੇ ਪਹਿਲੇ 'ਚ ਹਾਰ ਗਿਆ। ਦੂਜੇ 'ਚ ਜਿੱਤਣ ਤੋਂ ਬਾਅਦ ਜੋ 1192 'ਚ ਹੋਈ ਸੀ, 1193 ਦੇ ਵਿੱਚ ਗੌਰੀ ਨੇ ਆਪਣੀ ਕੈਪੀਟਲ ਕਿਸ ਨੂੰ ਬਣਾ ਲਿਆ? ਦਿੱਲੀ ਨੂੰ। ਇੰਪੋਰਟੈਂਟ, ਗੌਰੀ ਨੇ 1193 ਦੇ ਵਿੱਚ ਆਪਣੀ ਕੈਪੀਟਲ ਕਿਸ ਨੂੰ ਬਣਾ ਲਿਆ ਸੀਗਾ? ਤਾਂ ਦਿੱਲੀ ਨੂੰ ਬਣਾ ਲਿਆ ਸੀ। ਹੁਣ ਕੀ ਹੋਇਆ? ਇਹ ਤੋਂ ਬਾਅਦ ਲਗਭਗ 1206 ਦੇ ਵਿੱਚ ਜਦੋਂ ਕਿਹਦਾ ਰੂਲ ਆਇਆ? 1206 'ਚ ਕਿਹਦਾ ਰੂਲ ਆਇਆ? ਕੁਤਬਉਦੀਨ ਐਬਕ ਦਾ। ਕੁਤਬਉਦੀਨ ਐਬਕ ਦਾ। ਤਾਂ ਇਹਨੇ ਆਪਣੇ ਕੋਲੇ ਦਿੱਲੀ ਤੋਂ ਕਿੱਥੇ ਕਨਵਰਟ ਕਰ ਲਈ? ਲਾਹੌਰ। ਇਸ ਬੰਦੇ ਨੇ, ਐਬਕ ਨੇ, ਆਪਣੀ ਕੈਪੀਟਲ ਦਿੱਲੀ ਤੋਂ ਕਿੱਥੇ ਲੈ ਗਿਆ? ਲਾਹੌਰ ਲੈ ਗਿਆ। ਦਿੱਲੀ ਤੋਂ ਕਿੱਥੇ ਲੈ ਗਿਆ ਰਾਜੇ? ਲਾਹੌਰ ਲੈ ਗਿਆ। ਉਹ ਤੋਂ ਬਾਅਦ ਜਦੋਂ ਇਹਦਾ ਵੀ ਰੂਲ ਖਤਮ ਹੋ ਗਿਆ ਐਬਕ ਦਾ, ਤਾਂ ਐਬਕ ਤੋਂ ਬਾਅਦ ਤੁਹਾਨੂੰ ਪਤਾ ਹੈ ਇੱਕ ਇੰਪੋਰਟੈਂਟ ਰਾਜਾ ਵੈਸਤਾ ਵਿੱਚ ਆਰਾਮ ਸ਼ਾਹ ਆਇਆ। ਉਹਦਾ ਕੰਮ ਨਹੀਂ ਸੀਗਾ। ਕੌਣ ਆਇਆ? ਇਲਤੁਤਮਿਸ਼। ਕੌਣ ਆਇਆ ਸੀਗਾ? ਇਲਤੁਤਮਿਸ਼। ਇਹ ਆਪਣੀ ਕੈਪੀਟਲ ਕਿੱਥੇ ਲੈ ਗਿਆ ਦੁਬਾਰਾ? ਲਾਹੌਰ ਤੋਂ ਕਿੱਥੇ ਲੈ ਗਿਆ ਇਹ ਆਪਣੀ ਕੈਪੀਟਲ ਲਾਹੌਰ ਤੋਂ ਲੈ ਗਿਆ ਜੀ ਕਿੱਥੇ? ਦਿੱਲੀ। ਇਹ ਆਪਣੀ ਕੈਪੀਟਲ ਕਿੱਥੇ ਲੈ ਗਿਆ? ਲਾਹੌਰ ਟੂ ਦਿੱਲੀ। ਹੁਣ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਦਿੱਲੀ ਇੱਥੇ ਹੈ, ਲਾਹੌਰ ਇੱਥੇ ਜੇ ਹੈ, ਸਾਊਥ ਦੱਖਣ ਦੇਵਗਿਰੀ ਦੌਲਤਾਬਾਦ ਇੱਥੇ ਹੈ, ਵੈਸਟ ਬੰਗਾਲ ਵਾਲਾ ਪਾਸਾ ਇੱਥੇ ਹੈ, ਕਸ਼ਮੀਰ ਵਗੈਰਾ ਇੱਥੇ ਹੈ। ਇਹ ਤੁਹਾਨੂੰ ਹਲਕੀ ਫੁਲਕੀ ਨੌਲੇਜ, ਇੰਨੀ ਕੁ ਜਿਓਗ੍ਰਾਫੀ ਤਾਂ ਹੋਣੀ ਚਾਹੀਦੀ ਹੈ ਵੀ ਕਿਹੜੀ ਚੀਜ਼ ਕਿੱਥੇ
है। ये चीज़ तो तुहानूं घट्टो घट्ट पता होनी चाहिए है। जिहदे करके हुणे दिल्ली लै गया तो लगभग सिकंदर लोधी के टाइम तक जब तक वो आगरे नहीं जाता एक दो बार शिफ्ट जरूर होगी, पर मेनली किहड़ी कैपिटल रहिंदी है, दिल्ली रहिंदी है। जिहदे करके इसे नूं ही इल्तुतमिश नूं ही की कहा जाता है, रियल फाउंडर ऑफ दिल्ली सल्तनत। ठीक है जी, इसे नूं दिल्ली सल्तनत का असल फाउंडर भी कहा जाता है। तो जिहड़ा मैंने तुहानूं कहा सीगा जो ऐबक आया सी ना, ऐबक ने कदे भी सुल्तान का टाइटल नहीं लिया, ऐबक ने कदे भी सुल्तान का टाइटल नहीं लिया। तो पहला राजा कौन सीगा जिन्हें सुल्तान का टाइटल लिया सी, तो इल्तुतमिश सीगा जी। इल्तुतमिश पहला राजा सीगा जिन्हें सुल्तान का टाइटल लिया सी। जे किसी ने अपने को स्क्रीनशॉट लेना तो इत्थों स्क्रीनशॉट लै सकदा है। उस तो बाद आपां अगले क्वेश्चन के उत्ते चलांगे। हु वाज शाह तुर्कान? शाह तुर्कान कौन सी जी? वाइफ ऑफ इल्तुतमिश, वाइफ ऑफ इल्तुतमिश एंड मदर ऑफ, ये भी याद रख लो, मदर ऑफ रुकन उद्दीन फिरोज। रुकन उद्दीन फिरोज की की सी जी ये मदर सीगी। ऑब्वियस जी गल है जी, की होया सीगा जदों अपने कोले जदों अपने कोले इल्तुतमिश की डेथ हुई, इल्तुतमिश लगभग 1236 दे विच मरिया, तो वह अपना उत्तर अधिकारी किनू बना के गया सीगा? रजिया सुल्तान नूं। वो अपना उत्तर अधिकारी बना के गया सी रजिया सुल्तान नूं। पर की होया, जिहड़े उत्थों दे वो सीगे, जिहड़ी शाह तुर्कान सीगी जिहड़ी वाइफ सी, वो कहंदी नहीं भी राजा कौन बनूगा, मेरा मुंडा बनूगा। तो कुछ टाइम लई इल्तुतमिश तो बाद राजा कौन बनया सीगा? तो राजा कौन बनया सी? रुकनुद्दीन फिरोज। पर रजिया सुल्तान ऐ किवें दबदी है? रजिया सुल्तान ने दल चालीसा तो मदद लई, कितों लई? दल चालीसा तो। ते नाल ही ये दिल्ली के लोगों को गई, नाल ही ये दिल्ली के लोगों को गई भी मैनू मेरा प्यो गद्दी दे के गया, मैनू इंसाफ दबाओ। दल चालीसा ने भी ऐ सोचा भी चलो औरत है भी ये तो फिर भी बंदा है तो आफ्टरऑल मर्द है भी ये तो थले आपां नूं किते ना किते रहना पऊगा। पर दल चालीसा जो अपने कोले दिल्ली दे विच भी रजिया सुल्तान की हैल्प करूगी तो कल नूं रजिया सुल्तान नूं आपां एक औरत दब के रख लांगे। तां करके फिर दिल्ली की जिहड़ी अपने कोले राणी है या राजा है, क्योंकि यह क्या करती मैनू राजा कहो मैनू राणी ना कहो, तो वह हैल्प किने करी? दल चालीसा ते दिल्ली के लोगों ने। ते रुकनुद्दीन फिरोज नूं गद्दी तो ला के किनू बिठाता सीगा? रजिया सुल्तान नूं। ते शाह तुर्कान जिहड़ी सीगी वाइफ सीगी किहदी? इल्तुतमिश दी। ठीक है। हु वाज जलालुद्दीन याकूत? आ जाओ, जे मैं रजिया सुल्तान की गल करा, जे मैं रजिया सुल्तान की गल करा तो लगभग 1236 तो लैके 1240 तक का टाइम पीरियड रहा। तो इन्हें सब तो पहला की किया? परदा रूल। भी इन्हें लोगों के नहीं, औरतों के परदा रूल खत्म नहीं किया, इन्हें सिर्फ अपने आप को कहा कि मैं परदा किसी भी प्रकार का नहीं करूँगी। ठीक है। ये अपने कोले बंदे वाले कपड़े पा के आउण लग गई सी। ठीक है, आदमी वाले कपड़े पा के आउण लग गई सी। ये अपने कोले हाथी की सवारी करन लग गई सी, क्योंकि जिहड़े मर्द लोग सीगे हाथी दे विच एक टौर समझदे सीगे। ते ये भी लगभग ऐं कहा करती सी कि मैं औरत नहीं, मैं एक राजा ही हैगी हाँ। ठीक है। तो हाथी की सवारी करन लग गई। जिहड़ी सारी चीज़ किहनूं रड़क रही सीगी? दल चालीसा नूं। जिहड़ा सारा कुछ किहनूं रड़क रहा सीगा? दल चालीसा नूं। क्योंकि दल चालीसा की सोच रहा सीगा भी औरत है साडे हत्थ 'च रहूगी, पर यह बेचारी औरत हत्थों निकल गई। जो उन्होंने मनसूबे सीगे वो सारे की हो गए? फेल हो गए। ठीक है। तो हुण एक जिवें कहंदे ने उहदे उत्ते एक पत्थर होर सीगा याकूत, जलालुद्दीन याकूत। ये की सीगा? आमिर ए आखूर। आमिर ए आखूर पोस्ट हुंदी सी एक, आमिर ए आखूर। इहनूं याद रखियो, ये एक पोस्ट हुंदी सी। पोस्ट मतलब एक अहुदा हुंदा सी तबेले दा हैड। जे देसी भाषा च कहां तां तबेले दा हैड। हुण कोई भी ऐ ना समझे तबेले दा हैड कोई माड़ी पोस्ट होगी, बहुत वधिया लैवल की पोस्ट हुंदी सीगी। हुण जिवें मैं कहां भी कोई साइकिल बनाउंदा तो एक हुंदा साइकिल बनाउणा, एक मैं कहां भी उहदी साइकिल बनाउण दी फैक्टरी है, तो ये दूजे फर्क है। उही गल कि तबेले दा हैड हुंदा सी, उहने सिर्फ देखना हुंदा सीगा। ये बहुत वधिया उस टाइम की की सीगी पोस्ट सीगी भी तबेले दा हैड होना। आमिर ए आखूर। तो याकूत की सीगा? रजिया सुल्तान दा आमिर ए आखूर सीगा। ते यह एक अफगानी सीगा जी। यह की सीगा? एक अफ्रीकन, सॉरी ये एक अफ्रीकन सीगा। जिहदे करके क्योंकि ये बाकी सारे तुर्क सीगे, 40 ਦੇ 40 तुर्क, ज़्यादातर बंदे तुर्क, पर यह एक अफगानी सी। ते रजिया सुल्तान दियां वधदियां नज़दीकियां जो अपने कोल याकूत वल हो रही सी, वो लोकां नूं रास नहीं आईयां। जिहड़े सारे तुर्क सीगे उन्हां नूं रास
नहीं आईਆਂ ਤਾਂ ਉਹ ਕਿਤੇ ਨਾ ਕਿਤੇ ਚਾਹੁੰਦੇ ਸੀ ਵੀ ਅਸੀਂ ਕੀ ਕਰ ਦਈਏ ਇਹਨੂੰ ਰਸਤੇ ਤੋਂ ਹਟਾ ਦਈਏ ਕਿਉਂਕਿ ਦਲ ਚਾਲੀਸਾ ਦਾ ਕੰਮ ਵੀ ਪੂਰਾ ਨਹੀਂ ਹੋ ਰਿਹਾ ਸੀ ਜੋ ਦਲ ਚਾਲੀਸਾ ਚਾਹੁੰਦੀ ਸੀ ਉਹ ਚੀਜ਼ ਨਹੀਂ ਹੋ ਪਾ ਰਹੀ ਸੀ ਠੀਕ ਹੈ ਜੀ ਉਹ ਚੀਜ਼ ਨਹੀਂ ਹੋ ਪਾ ਰਹੀ ਹੁਣ ਕੌਣ ਸੀ ਇਖਤਿਆਰ ਉਦੀਨ ਅਲਤੂਨੀਆ ਕੌਣ ਸੀ ਰਜੇ ਸਮਝ ਲਓ ਇਹ ਆਪਣੇ ਕੋਲ ਰਜੀਆ ਸੁਲਤਾਨ ਦੇ ਵੇਲੇ ਹੀ ਗਵਰਨਰ ਸੀਗਾ ਜੀ ਇਹ ਆਪਣੇ ਕੋਲੇ ਰਜੀਆ ਸੁਲਤਾਨ ਵੇਲੇ ਗਵਰਨਰ ਆਫ ਕਿੱਥੋਂ ਦਾ ਸੀਗਾ ਬਠਿੰਡੇ ਦਾ ਜਿਹਨੂੰ ਅੱਜ ਕੱਲ੍ਹ ਆਪਾਂ ਕੀ ਕਹਿੰਦੇ ਆ ਬਠਿੰਡਾ ਕਹਿੰਦੇ ਆ ਤੇ ਇਹਦਾ ਪੁਰਾਣੇ ਨਾਮ ਦੋ ਮਿਲਦੇ ਨੇ ਇੱਕ ਮਿਲਦਾ ਤਬਰ ਏ ਹਿੰਦ ਜਿਹਦਾ ਮਤਲਬ ਹੁੰਦਾ ਗੇਟਵੇ ਟੂ ਇੰਡੀਆ ਭਾਰਤ ਆਉਣ ਦਾ ਦਰਵਾਜ਼ਾ ਜਿਹਦਾ ਮਤਲਬ ਹੁੰਦਾ ਗੇਟਵੇ ਆਫ ਇੰਡੀਆ ਭਾਰਤ ਆਉਣ ਦਾ ਦਰਵਾਜ਼ਾ ਤੇ ਦੂਜਾ ਇਹਦਾ ਹੀ ਨਾਮ ਮਿਲਦਾ ਕਿ ਵਿਕਰਮਗੜ੍ਹ ਦੂਜਾ ਇਹਦਾ ਨਾਮ ਕੀ ਮਿਲਦਾ ਹੈ ਵਿਕਰਮਗੜ੍ਹ ਇਹ ਦੋਨੇ ਬਠਿੰਡੇ ਦੇ ਨਾਮ ਮਿਲਦੇ ਨੇ ਤਾਂ ਬਠਿੰਡੇ ਦਾ ਗਵਰਨਰ ਸੀਗਾ ਕੌਣ ਅਲਤੂਨੀਆ ਨੋਰਮਲੀ ਅਲਤੂਨੀਆ ਨਾਮ ਤੋਂ ਜਾਣਦੇ ਆ ਤਾਂ ਜਦੋਂ ਇਹਨੂੰ ਪਤਾ ਲੱਗਿਆ ਵੀ ਉੱਥੇ ਇੱਕ ਦਿੱਲੀ ਦੇ ਵਿੱਚ ਇੱਕ ਔਰਤ ਸ਼ਾਸਕ ਆ ਗਈ ਬੇਸ਼ੱਕ ਉਹਦੇ ਵਧੀਆ ਮਤਲਬ ਜਾਣ ਪਛਾਣ ਸੀਗੀ ਉਹਦੇ ਨਾਲ ਕਿਹਦੇ ਨਾਲ ਰਜ਼ੀਆ ਸੁਲਤਾਨ ਨਾਲ ਪਰ ਇਹ ਕਹਿੰਦਾ ਮੈਂ ਇੱਕ ਔਰਤ ਦੀ ਗੁਲਾਮੀ ਨਹੀਂ ਕਰੂੰਗਾ ਇਹਨੇ ਕੀ ਕਰਤਾ ਉੱਥੇ ਰਿਵੋਲਟ ਕਰਤਾ ਤਾਂ ਕਿੱਥੇ ਕੀਤਾ ਸੀਗਾ ਜੀ ਬਠਿੰਡੇ ਦੇ ਵਿੱਚ ਕੀਤਾ ਸੀ ਤੇ ਇਸ ਰਿਵੋਲਟ ਨੂੰ ਦਬਾਉਣ ਲਈ ਕੌਣ ਚਲੀ ਗਈ ਉਹ ਆਪ ਚਲੀ ਗਈ ਕੌਣ ਰਜ਼ੀਆ ਸੁਲਤਾਨ ਇਸ ਰਿਵੋਲਟ ਨੂੰ ਦਬਾਉਣ ਲਈ ਚਲੀ ਗਈ ਤੇ ਨਾਲ ਕਿਹਨੂੰ ਲੈ ਗਈ ਵਿਚਾਰੇ ਨੂੰ ਯਕੂਤ ਨੂੰ ਠੀਕ ਹੈ ਜੀ ਹੁਣ ਉਹੀ ਗੱਲ ਹੈ ਕਿ ਇਹ ਵਿਚਾਰਾ ਪਿਸ ਗਿਆ ਇਹ ਦੋਨਾਂ ਦੀ ਆਪਸ ਵਿੱਚ ਕੀ ਹੋਈ ਲੜਾਈ ਹੋਈ ਮਾਰਿਆ ਕੌਣ ਗਿਆ ਯਕੂਤ ਠੀਕ ਹੈ ਭੰਗ ਦੇ ਭਾਣੇ ਚਲਾ ਗਿਆ ਠੀਕ ਹੈ ਜੀ ਤਾਂ ਯਕੂਤ ਮਾਰਿਆ ਗਿਆ ਤੇ ਰਜ਼ੀਆ ਸੁਲਤਾਨ ਨੂੰ ਕੀ ਕਰ ਲਿਆ ਗਿਆ ਕੈਦ ਕਰ ਲਿਆ ਗਿਆ ਰਜ਼ੀਆ ਸੁਲਤਾਨ ਨੂੰ ਅਰੈਸਟ ਕਰ ਲਿਆ ਗਿਆ ਕਿੱਥੇ ਕਿਲਾ ਮੁਬਾਰਕ ਕਿੱਥੇ ਆ ਇਹ ਵੀ ਬਠਿੰਡੇ ਦੇ ਵਿੱਚ ਕਿਲਾ ਮੁਬਾਰਕ ਬਠਿੰਡੇ ਦੇ ਵਿੱਚ ਕਿਹਨੂੰ ਕਰ ਲਿਆ ਗਿਆ ਕੈਦ ਰਜ਼ੀਆ ਸੁਲਤਾਨ ਨੂੰ ਕੈਦ ਕਰ ਲਿਆ ਗਿਆ ਕਿਲਾ ਮੁਬਾਰਕ ਵਿੱਚ ਐਸੋਸੀਏਟਡ ਵਿਦ ਰਜ਼ੀਆ ਸੁਲਤਾਨ ਇਨ ਵਿਚ ਡਿਸਟ੍ਰਿਕਟ ਆਫ ਪੰਜਾਬ ਉਹੀ ਗੱਲ ਹੋਈ ਕਿ ਯਕੂਤ ਮਾਰਿਆ ਗਿਆ ਤੇ ਰਜ਼ੀਆ ਸੁਲਤਾਨ ਨੂੰ ਇਸੇ ਕਿਲਾ ਮੁਬਾਰਕ ਦੇ ਵਿੱਚ ਕੈਦ ਕਰ ਲਿਆ ਗਿਆ ਜੋ ਕਿੱਥੇ ਹੈ ਬਠਿੰਡਾ ਦੇ ਵਿੱਚ ਹੁਣ ਬੜੇ ਪਿਆਰ ਨਾਲ ਇੱਥੇ ਗੱਲ ਸਮਝੋ ਬਈ ਜਿੱਥੇ ਰਜ਼ੀਆ ਸੁਲਤਾਨ ਨੂੰ ਕੈਦ ਕੀਤਾ ਗਿਆ ਉਹ ਬਠਿੰਡੇ ਦੇ ਵਿੱਚ ਹੈ ਪਰ ਕਿਲਾ ਮੁਬਾਰਕ ਇੱਕ ਪਟਿਆਲਾ ਦੇ ਵਿੱਚ ਵੀ ਹੈ ਕਿਲਾ ਮੁਬਾਰਕ ਇੱਕ ਪਟਿਆਲਾ ਦੇ ਵਿੱਚ ਵੀ ਹੈ ਕਿਲਾ ਮੁਬਾਰਕ ਇੱਕ ਫਰੀਦਕੋਟ ਦੇ ਵਿੱਚ ਵੀ ਹੈ ਤਾਂ ਪੰਜਾਬ ਦੇ ਜਿਹੜੇ ਮਸ਼ਹੂਰ ਕਿਲਾ ਮੁਬਾਰਕ ਨੇ ਉਹ ਤਿੰਨ ਨੇ ਇੱਕ ਪਟਿਆਲੇ ਵਾਲਾ ਇੱਕ ਫਰੀਦਕੋਟ ਵਾਲਾ ਤੇ ਇੱਕ ਬਠਿੰਡੇ ਵਾਲਾ ਤੇ ਬਠਿੰਡੇ ਵਾਲਾ ਕਿਹਨਾਂ ਨੇ ਬਣਾਇਆ ਸੀ ਕੁਸ਼ਾਣਾ ਨੇ ਬਣਾਇਆ ਸੀਗਾ ਜੀ ਕਿਹਨਾਂ ਨੇ ਬਣਾਇਆ ਸੀ ਕੁਸ਼ਾਣ ਡਾਇਨੈਸਟੀ ਨੇ ਬਣਾਇਆ ਸੀ ਇਹਨੂੰ ਵੀ ਤੁਸੀਂ ਯਾਦ ਰੱਖਣਾ ਹੈ ਜੋ ਬਠਿੰਡੇ ਵਾਲਾ ਕਿਲਾ ਮੁਬਾਰਕ ਸੀ ਉਹ ਕਿਹਨੇ ਬਣਾਇਆ ਸੀ ਕੁਸ਼ਾਣ ਡਾਇਨੈਸਟੀ ਦੇ ਰਾਜੇ ਨੇ ਬਣਾਇਆ ਸੀ ਰਾਜਾ ਦਾਬ ਕੀ ਨਾਮ ਸੀ ਰਾਜਾ ਦਾਬ ਨੇ ਬਣਵਾਇਆ ਸੀ ਠੀਕ ਹੈ ਜੀ ਤੇ ਪਟਿਆਲਾ ਵਾਲਾ ਮਹਾਰਾਜਾ ਆਲਾ ਸਿੰਘ ਨੇ ਪਟਿਆਲੇ ਵਾਲਾ ਕਿਹਨੇ ਬਣਾਇਆ ਸੀ ਮਹਾਰਾਜਾ ਆਲਾ ਸਿੰਘ ਠੀਕ ਹੈ ਜੀ ਇਹਨਾਂ ਨੇ ਬਣਵਾਇਆ ਸੀ ਤੇ ਫਰੀਦਕੋਟ ਵਾਲਾ ਕਿਉਂ ਮਸ਼ਹੂਰ ਹੈ ਇੱਥੇ ਨਾਨਕਸ਼ਾਹੀ ਇੱਟਾਂ ਲੱਗੀਆਂ ਹੋਈਆਂ ਨੇ ਕਿਹੜੀਆਂ ਨਾਨਕਸ਼ਾਹੀ ਇੱਟਾਂ ਪੇਪਰ 'ਚ ਆਉਂਦਾ ਨਾਨਕਸ਼ਾਹੀ ਇੱਟਾਂ ਕਿੱਥੇ ਨੇ ਤਾਂ ਪਟਿਆਲੇ ਵਾਲੇ ਕਿਲਾ ਮੁਬਾਰਕ ਦੇ ਵਿੱਚ ਨੇ ਪਰ ਜੋ ਰਜ਼ੀਆ ਸੁਲਤਾਨ ਨਾਲ ਐਸੋਸੀਏਟਡ ਹੈ ਉਹ ਹੈ ਬਠਿੰਡੇ ਵਾਲਾ ਤੇ ਇੱਥੇ ਯਾਦ ਰੱਖਿਓ ਬਠਿੰਡੇ ਵਾਲੇ ਕਿਲਾ ਮੁਬਾਰਕ 'ਚ 10ਵੇਂ ਗੁਰੂ 10th ਗੁਰੂ ਜਿਹੜੇ ਆਪਣੇ ਕੋਲੇ ਸਿੱਖਾਂ ਦੇ ਹੋਏ ਨੇ ਜਿਨ੍ਹਾਂ ਦਾ ਨਾਮ ਕੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਗੁਰੂ ਗੋਬਿੰਦ ਇਹਨਾਂ ਦਾ ਗੁਰਦੁਆਰਾ ਵੀ ਹੈ ਠੀਕ ਹੈ ਜੋ ਕਿਲਾ ਮੁਬਾਰਕ ਬਠਿੰਡੇ ਵਾਲਾ ਹੈ ਉੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਕੀ ਹੈ ਗੁਰਦੁਆਰਾ ਹੈ ਠੀਕ ਹੈ ਜੀ ਚਲੋ ਅੱਗੇ ਟਾਈਮ ਪੀਰੀਅਡ ਆਫ ਰਜ਼ੀਆ ਸੁਲਤਾਨ ਦੇਖੋ ਰਜ਼ੀਆ ਸੁਲਤਾਨ ਦੇ ਟਾਈਮ ਪੀਰੀਅਡ 'ਚ ਸਿਰਫ ਇੱਕ ਇਹੀ ਰਿਵੋਲਟ ਹੈ ਜਿਹੜਾ ਪੜ੍ਹਨ ਵਾਲਾ ਹੁੰਦਾ ਹੈ ਇਹ ਤੋਂ ਬਾਅਦ ਆਪਣੇ ਕੋਲੇ ਟਾਈਮ ਪੀਰੀਅਡ ਸੀਗਾ 1236 ਤੋਂ ਲੈ ਕੇ 1240 ਹੁਣ ਕੀ ਹੋਇਆ ਰਜ਼ੀਆ ਸੁਲਤਾਨ ਦੇ ਵਿੱਚ ਜਦੋਂ ਰਜ਼ੀਆ ਸੁਲਤਾਨ ਕੈਦ ਸੀਗੀ ਤਾਂ ਅਲਤੂਨੀਆ ਨੇ ਕਿਹਾ ਜਿਹੜਾ ਆਪਣੇ ਕੋਲੇ ਗਵਰਨਰ ਸੀਗਾ ਬਠਿੰਡੇ ਵਾਲਾ ਉਹਨੇ ਕਿਹਾ ਕਿ ਮੈਂ ਤੈਨੂੰ ਕੀ ਕਰਦਾ ਤੂੰ ਮੇਰੇ ਨਾਲ ਵਿਆਹ ਕਰਾ ਲੈ ਤੂੰ ਮੇਰੇ ਨਾਲ ਕੀ ਕਰਵਾ ਲੈ ਵਿਆਹ ਕਰਵਾ ਲੈ ਤਾਂ ਵੈਸੇ ਤਾਂ ਉਹ ਪਹਿਲਾਂ ਵੀ ਕਹਿ ਰਿਹਾ ਸੀ ਪਹਿਲਾਂ ਉਹ ਮੰਨੀ ਨਹੀਂ ਪਰ ਜਦੋਂ ਕੈਦ ਦੇ ਵਿੱਚ ਸੀ ਉਹਨੇ ਦੇਖਿਆ ਵੀ ਮੌਕਾ ਚੰਗਾ ਹੈ ਵੀ ਆਪਾਂ ਕੀ ਕਰਵਾ ਸਕਦੇ ਹਾਂ ਵਿਆਹ ਕਰਵਾ ਸਕਦੇ ਹਾਂ ਵੀ ਮੈਂ ਇਹਨੂੰ ਬਾਹਰ ਜਾ ਕੇ ਛੱਡ ਦੂੰਗੀ ਮੈਂ ਦਿੱਲੀ ਦੇਖੂੰਗੀ ਤੇ ਇਹ ਆਪਣਾ ਜੇਲ੍ਹ 'ਚ ਪਾ ਦੂੰਗਾ ਇਹਨੂੰ ਉਹ ਵਿਆਹ ਲਈ ਮੰਨ ਜਾਂਦੇ ਨੇ ਦੋਨਾਂ ਦਾ ਕੀ ਹੋ ਜਾਂਦਾ ਅਲਤੂਨੀਆ ਅਤੇ ਰਜ਼ੀਆ ਸੁਲਤਾਨ ਦਾ ਵਿਆਹ ਹੋ ਜਾਂਦਾ ਪਰ ਜਦੋਂ ਉਹ ਦੋਨੇ ਦਿੱਲੀ ਵਾਲੇ ਪਾਸੇ ਜਾ ਰਹੇ ਹੁੰਦੇ ਨੇ ਕਿੱਥੇ ਦਿੱਲੀ ਵਾਲੇ ਪਾਸੇ ਜਦੋਂ ਉਹ ਦੋਨੇ ਦਿੱਲੀ ਜਾ ਰਹੇ ਹੁੰਦੇ ਨੇ ਰਸਤੇ ਦੇ ਵਿੱਚ ਜਗ੍ਹਾ ਪੈਂਦੀ ਹੈ ਕੈਥਲ ਰਸਤੇ ਦੇ ਵਿੱਚ ਹਰਿਆਣੇ ਦੇ ਵਿੱਚ ਇੱਕ ਜਗ੍ਹਾ ਪੈਂਦੀ ਹੈ ਕਿਹੜੀ ਕੈਥਲ ਦੇ ਵਿੱਚ ਦੋਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਕੈਥਲ ਦੇ ਵਿੱਚ ਦੋਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਕਿਹਦੇ ਦੁਆਰਾ ਬਹਿਰਾਮ ਸ਼ਾਹ ਦੇ ਦੁਆਰਾ ਕਿਹਦੇ ਦੁਆਰਾ ਬਹਿਰਾਮ ਸ਼ਾਹ ਦੇ ਦੁਆਰਾ ਬਹਿਰਾਮ ਸ਼ਾਹ ਕੌਣ ਸੀ ਇਹ ਇੱਕ ਹੋਰ ਸੰਨ ਸੀਗਾ ਕਿਹਦਾ ਇਹ ਇੱਕ ਹੋਰ ਮੁੰਡਾ ਸੀ ਕਿਹਦਾ ਇਲਤੁਤਮਿਸ਼ ਦਾ ਇਹ ਇਲਤੁਤਮਿਸ਼ ਦਾ ਇੱਕ ਹੋਰ ਮੁੰਡਾ ਸੀ ਜਿਹਨੂੰ ਕੀ ਕਰ ਦਿੱਤਾ ਜਾਂਦਾ ਹੈ
ਮਰਵਾ ਦਿੱਤਾ ਜਾਂਦਾ ਬਹਿਰਾਮ ਸ਼ਾਹ ਦੇ ਦੁਆਰਾ ਕਿਹਨੂੰ? ਰਜ਼ੀਆ ਸੁਲਤਾਨ ਅਤੇ ਅਲਤੂਨੀਆ ਨੂੰ। ਤਾਂ ਇਹਨਾਂ ਦੀ ਅੱਜ ਕੱਲ੍ਹ ਟੌਂਬ ਵੀ ਕਿੱਥੇ ਹੈ? ਇਹਨਾਂ ਦਾ ਮਕਬਰਾ ਕਿੱਥੇ ਹੈ? ਕੈਥਲ ਦੇ ਵਿੱਚ ਹੀ ਹੈ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਅਲਤੂਨੀਆ ਅਤੇ ਰਜ਼ੀਆ ਸੁਲਤਾਨ ਦਾ ਮਕਬਰਾ ਕਿੱਥੇ ਹੈ? ਤਾਂ ਕੈਥਲ ਦੇ ਵਿੱਚ ਹੈ। ਤੇ ਇੱਥੇ ਹੀ ਇੱਕ ਗੱਲ ਹੋਰ ਯਾਦ ਰੱਖਿਓ ਤੁਸੀਂ ਕਿ ਜਿਹੜਾ ਆਪਣੇ ਕੋਲੇ ਬਹਿਰਾਮ ਸ਼ਾਹ ਸੀਗਾ, ਇਹਨੇ ਕਿਹਦੀ ਮਦਦ ਲਈ ਸੀ? ਉਹ 40 ਬੰਦਿਆਂ ਦੀ। ਉਹੀ ਦਲ 40 ਸ਼ਾਹ ਦੀ ਮਦਦ ਲਈ ਸੀ। ਕਾਹਦੇ ਲਈ? ਆਪਣੇ ਕੋਲ ਰਜ਼ੀਆ ਸੁਲਤਾਨ ਨੂੰ ਮਾਰਨ ਦੇ ਲਈ। ਉਸ ਤੋਂ ਬਾਅਦ 3 ਰਾਜੇ ਹੋਰ ਆਏ ਜਿਹੜੇ ਆਪਾਂ ਨੇ ਇੰਪੋਰਟੈਂਟ ਨਹੀਂ ਹੈਗੇ ਪੜ੍ਹਨੇ। ਪਹਿਲਾਂ ਮੋਇਜ਼ੁਦੀਨ ਬਹਿਰਾਮ ਸ਼ਾਹ ਜਿਹਦੀ ਆਪਾਂ ਨੇ ਗੱਲ ਕੀਤੀ ਆ। ਉਸ ਤੋਂ ਬਾਅਦ ਅਲਾਉਦੀਨ ਮਸੂਦ ਸ਼ਾਹ। ਉਸ ਤੋਂ ਬਾਅਦ ਨਸੀਰੁਦੀਨ ਮਹਿਮੂਦ। ਇਹਦੇ ਬਾਰੇ ਇੱਕ ਗੱਲ ਜ਼ਰੂਰ ਯਾਦ ਰੱਖਿਓ, ਇਹ ਬਹੁਤ ਜ਼ਿਆਦਾ ਧਾਰਮਿਕ ਬੰਦਾ ਸੀਗਾ ਜੀ। ਇਹ ਬਹੁਤ ਜ਼ਿਆਦਾ ਕੀ ਸੀਗਾ? ਧਾਰਮਿਕ ਪਰਸਨ ਸੀਗਾ ਜੀ। ਵੀ ਇਹ ਜ਼ਿਆਦਾ ਰਾਜਕਾਜ ਦੇ ਕੰਮਾਂ ਦੇ ਵਿੱਚ ਨਹੀਂ ਹੁੰਦਾ ਸੀ। ਤੇ ਇਹਦਾ ਵਿਆਹ ਕਿਹਦੇ ਨਾਲ ਹੋਇਆ ਸੀਗਾ? ਆਪਣੇ ਕੋਲ ਬਲਬਨ ਦੀ ਪੁੱਤਰੀ ਦੇ ਨਾਲ। ਮਤਲਬ ਰਿਸ਼ਤੇ 'ਚ ਬਲਬਨ ਇਹਦਾ ਕੀ ਲੱਗਦਾ ਸੀਗਾ? ਸਹੁਰਾ ਲੱਗਦਾ ਸੀ। ਬਲਬਨ ਸਹੁਰਾ ਲੱਗਦਾ ਸੀ ਕਿਹਦਾ? ਨਸੀਰੁਦੀਨ ਮਹਿਮੂਦ ਦਾ। ਤੇ ਆਪਣੇ ਆਖਰੀ ਟਾਈਮਾਂ ਦੇ ਵਿੱਚ ਲਗਭਗ ਇਹਨੇ 20 ਸਾਲ ਰਾਜ ਕੀਤਾ। 20 ਸਾਲ ਇਹਦੀ ਜਗ੍ਹਾ ਤੇ ਬਲਬਨ ਨੇ ਹੀ ਸਾਰਾ ਰਾਜਕਾਜ ਸਾਂਭਿਆ ਸੀ। ਬਲਬਨ ਨੂੰ ਵਜ਼ੀਰ ਦੀ ਪੋਸਟ ਦੇ ਰੱਖੀ ਸੀ। ਕਾਹਦੀ? ਵਜ਼ੀਰ ਦੀ। ਨਸੀਰੁਦੀਨ ਨੇ ਵੀ ਤੂੰ ਸਾਂਭ ਲੈ, ਕੋਈ ਗੱਲ ਨਹੀਂ, ਵੀ ਮੇਰਾ ਸਹੁਰਾ ਹੈ ਤੂੰ, ਕੋਈ ਗੱਲ ਨਹੀਂ। ਪਰ ਅਖੀਰ 'ਚ ਜਦੋਂ ਬਲਬਨ ਨੇ ਦੇਖਿਆ ਮੇਰੀ ਬਾਰੀ ਨਹੀਂ ਆ ਰਹੀ, ਮੇਰੀ ਬਾਰੀ ਨਹੀਂ ਆ ਰਹੀ, ਤਾਂ ਬਲਬਨ ਨੇ ਕੀ ਕਰਤਾ? ਆਪ ਹੀ ਜ਼ਹਿਰ ਦੇ ਕੇ ਨਸੀਰੁਦੀਨ ਨੂੰ ਮਾਰਤਾ ਤੇ ਗੱਦੀ ਤੇ ਆਪ ਆ ਗਿਆ। ਆਪਣੇ ਹੀ ਜਮਾਈ ਨੂੰ ਜ਼ਹਿਰ ਦੇ ਕੇ ਮਾਰਤਾ ਤੇ ਗੱਦੀ ਤੇ ਕੌਣ ਆ ਗਿਆ? ਬਲਬਨ ਆ ਗਿਆ। ਠੀਕ ਹੈ ਜੀ। ਕੁਐਸਚਨ 2 ਤਾਂ ਹੀ ਟੱਪ ਗਏ, ਇੱਕੋ ਹੀ ਸੀਗਾ। ਹੂ ਵਾਜ਼ ਦ ਲਾਸਟ ਸਟਰੋਂਗ ਰੂਲਰ ਆਫ ਸਲੇਵ ਡਾਇਨੈਸਟੀ? ਸਲੇਵ ਡਾਇਨੈਸਟੀ ਮੈਂ ਤੁਹਾਨੂੰ ਹੁਣੀ ਦੱਸਿਆ 1206 ਤੋਂ ਲੈ ਕੇ 1290 ਤੱਕ ਰਹੀ ਸੀ। ਇਹਦੇ ਵਿੱਚ ਜਿਹੜਾ ਪੜ੍ਹਨ ਵਾਲਾ ਸੀਗਾ, ਪਹਿਲਾ ਕੁਤਬੁਦੀਨ ਐਬਕ ਜਿਹੜਾ ਆਪਾਂ ਨੇ ਪੜ੍ਹ ਲਿਆ। ਦੂਜਾ ਸੀ ਇਲਤੁਤਮਿਸ਼, ਉਹ ਵੀ ਆਪਾਂ ਨੇ ਪੜ੍ਹ ਲਿਆ। ਤੀਜੀ ਰਜ਼ੀਆ ਸੁਲਤਾਨ ਪੜ੍ਹਨ ਵਾਲੀ ਸੀ। ਚੌਥਾ ਆਪਣੇ ਕੋਲ 2-3 ਛੱਡ ਕੇ ਕਿਹੜਾ ਆਇਆ? ਬਲਬਨ। ਤੇ ਲਾਸਟ ਤੇ ਸਟਰੋਂਗੈਸਟ ਰੂਲਰ ਇਹੀ ਸੀਗਾ ਆਪਣੇ ਕੋਲੇ। ਠੀਕ ਹੈ। ਲਾਸਟ ਜਿਹੜਾ ਪੜ੍ਹਨ ਵਾਲਾ ਰੂਲਰ ਹੈ ਜਾਂ ਸਟਰੋਂਗੈਸਟ ਰੂਲਰ ਹੈ ਉਹ ਇਹੀ ਸੀ, ਬਲਬਨ। ਤੇ ਬਲਬਨ ਦਾ ਟਾਈਮ ਪੀਰੀਅਡ ਕਦੋਂ ਸ਼ੁਰੂ ਹੋਇਆ? 1266 ਤੋਂ ਲੈ ਕੇ 1287 ਤੱਕ ਇਹਦਾ ਕੀ ਰਿਹਾ ਟਾਈਮ ਪੀਰੀਅਡ? ਦੇਖੋ 87 ਤੱਕ ਰਿਹਾ ਤੇ 1290 ਦੇ ਵਿੱਚ ਪੂਰੀ ਦੀ ਪੂਰੀ ਆਪਣੇ ਕੋਲ ਡਾਇਨੈਸਟੀ, ਸਲੇਵ ਡਾਇਨੈਸਟੀ ਹੀ ਕੀ ਹੋ ਜੂਗੀ? ਖਤਮ ਹੋ ਜੂਗੀ। ਠੀਕ ਹੈ। ਕਿਵੇਂ ਹੋਊਗੀ ਉਹ ਵੀ ਆਪਾਂ ਦੇਖਾਂਗੇ। ਤਾਂ ਲਾਸਟ ਜਿਹੜਾ ਆਪਣੇ ਕੋਲੇ ਰੂਲਰ ਸੀਗਾ ਕੌਣ ਸੀਗਾ? ਬਲਬਨ। ਲਾਸਟ ਸਟਰੋਂਗੈਸਟ ਰੂਲਰ ਕਿਹੜਾ ਸੀਗਾ ਜੀ? ਬਲਬਨ ਸੀਗਾ। 2 ਸੈਲਿਊਟਰੀ ਸਟਾਰਟਡ ਬਾਏ ਬਲਬਨ। ਬਲਬਨ ਨੇ 2 ਸੈਲਿਊਟਰੀ ਦਾ ਮਤਲਬ ਹੁੰਦਾ 2 ਆਪਣੇ ਕੋਲੇ ਸਲਾਮ ਕਰਨ ਦੇ ਤਰੀਕੇ ਇੰਟਰੋਡਿਊਸ ਕੀਤੇ ਸੀ। ਜਿਹੜਾ ਕਿ ਸਭ ਤੋਂ ਪਹਿਲਾਂ ਕਿਹੜਾ ਸੀਗਾ ਆਪਣੇ ਕੋਲੇ? ਪੈਬੋਸ। ਇੰਪੋਰਟੈਂਟ, ਪੈਬੋਸ। ਬੋਸਾ ਦਾ ਮਤਲਬ ਹੁੰਦਾ ਪੈਬੋਸ ਸੀਗਾ ਵੈਸੇ, ਪਰ ਬੋਸਾ ਦਾ ਕੀ ਮਤਲਬ ਹੁੰਦਾ? ਚੁੰਮਣਾ। ਬੋਸਾ ਦਾ ਮਤਲਬ ਹੁੰਦਾ ਚੁੰਮਣਾ। ਪੈ ਮਤਲਬ ਪੈਰ ਚੁੰਮਣਾ ਅਤੇ ਸਿਜਦਾ। ਤਾਂ ਇਹ 2 ਕਿਹਨੇ ਸ਼ੁਰੂ ਕਰੇ ਸੀਗੇ ਆਪਣੇ ਕੋਲੇ? ਬਲਬਨ ਨੇ 2 ਜਿਹੜੇ ਸਲੂਟ ਸੀਗੇ ਉਹ ਸ਼ੁਰੂ ਕਰੇ। ਸਿਜਦਾ ਆ ਕਰਨਾ ਹੁੰਦਾ ਤੇ ਪੈਬੋਸ ਪੈਰਾਂ ਨੂੰ ਚੁੰਮਣਾ। ਵੀ ਜਿਹੜਾ ਵੀ ਬੰਦਾ ਆਊਗਾ ਉਹ ਬਲਬਨ ਦੇ ਪੈਰਾਂ ਨੂੰ ਚੁੰਮੂਗਾ ਅਤੇ ਬਲਬਨ ਨੂੰ ਕੀ ਕਰੂਗਾ? ਸਿਜਦਾ ਕਰੂਗਾ। ਤਾਂ ਇਹ ਬਲਬਨ ਨੇ 2 ਚੀਜ਼ਾਂ ਚਲਾਈਆਂ ਸੀ। ਇੰਪੋਰਟੈਂਟ ਕੁਐਸਚਨ। ਹੂ ਸੈਪਰੇਟਡ ਦੀਵਾਨ ਏ ਆਰਿਜ਼ ਐਂਡ ਦੀਵਾਨ ਏ ਵਿਜ਼ਾਰਤ? ਕਿਹਨੇ ਕੀਤਾ ਸੀ? ਇਹ ਵੀ ਬਲਬਨ ਨੇ ਕੀਤਾ ਸੀਗਾ ਜੀ। ਇਹ ਵੀ ਕੀ ਕੀਤਾ ਸੀ? ਬਲਬਨ ਨੇ ਕੀਤਾ ਸੀ। ਤੇ ਬਲਬਨ ਬਾਰੇ ਕੁਝ ਹੋਰ ਗੱਲਾਂ ਪਹਿਲਾਂ ਤਾਂ ਆ ਯਾਦ ਰੱਖਣਾ। ਦੀਵਾਨ ਏ ਆਰਿਜ਼ ਕੀ ਸੀਗਾ? ਮਿਲਟਰੀ ਡਿਪਾਰਟਮੈਂਟ। ਦੀਵਾਨ ਏ ਵਿਜ਼ਾਰਤ ਕੀ ਸੀ? ਫਾਈਨੈਂਸ ਡਿਪਾਰਟਮੈਂਟ। ਇਹ ਵੀ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ ਵੀ ਇਹ ਡਿਪਾਰਟਮੈਂਟ ਕਿਸ ਕਿਸ ਚੀਜ਼ ਦੇ ਸੀਗੇ। ਤੇ ਬਲਬਨ ਨੂੰ ਜੇ ਮੈਂ ਗੱਲ ਕਰਾਂ, ਬਲਬਨ ਨੇ ਆਪਣੇ ਆਪ ਨੂੰ ਟਾਈਟਲ ਦਿੱਤਾ ਸੀ ਗਿਆਸੁਦੀਨ। ਤਾਂ ਕਰਕੇ ਇਹਦਾ ਪੂਰਾ ਨਾਮ ਕੀ ਹੈ? ਗਿਆਸਉਦੀਨ ਬਲਬਨ। ਇਹਨੇ ਹੋਰ ਆਪਣੇ ਆਪ ਨੂੰ ਕਈ ਟਾਈਟਲ ਦਿੱਤੇ ਜਿਹਦੇ ਵਿੱਚੋਂ ਇੱਕ ਸੀ ਜ਼ਿਲ-ਏ ਇਲਾਹੀ। ਜ਼ਿਲ-ਏ ਇਲਾਹੀ। ਜ਼ਿਲ-ਏ ਇਲਾਹੀ ਦਾ ਮਤਲਬ ਹੁੰਦਾ ਸ਼ੈਡੋ ਆਫ ਗੋਡ, ਰੱਬ ਦਾ ਪਰਛਾਵਾਂ, ਸ਼ੈਡੋ ਆਫ ਗੋਡ। ਇਹਨੇ ਇੱਕ ਆਪਣਾ ਟਾਈਟਲ ਹੋਰ ਦਿੱਤਾ ਸੀ ਜਿਹਦਾ ਨਾਮ ਸੀ ਨਾਇਬ-ਏ ਖੁਦਾਈ। ਨਾਇਬ-ਏ ਖੁਦਾਈ ਜਿਹਦਾ ਕੀ ਮਤਲਬ ਹੁੰਦਾ ਹੈ ਕਿ ਮੈਸੇਂਜਰ ਆਫ ਗੋਡ, ਰੱਬ ਦਾ ਸੰਦੇਸ਼ ਲੈ ਕੇ ਆਉਣ ਵਾਲਾ। ਤਾਂ ਆਪਣੇ ਕੋਲ ਸੈਪਰੇਟ ਦਾ ਮਤਲਬ ਹੁੰਦਾ ਅਲੱਗ ਕਰਨਾ। ਤਾਂ ਦੀਵਾਨ ਏ ਵਿਜ਼ਾਰਤ ਮਿਲਟਰੀ ਨੂੰ ਫਾਈਨੈਂਸ ਡਿਪਾਰਟਮੈਂਟ ਤੋਂ ਅਲੱਗ ਕਿਸ ਨੇ ਕੀਤਾ ਸੀ? ਬਲਬਨ ਨੇ ਹੀ ਕੀਤਾ ਸੀ। ਆ ਗਿਆ ਵਟ ਇਜ਼ ਦਾ ਮੀਨਿੰਗ ਆਫ ਜ਼ਿਲ-ਏ ਇਲਾਹੀ। ਜ਼ਿਲ-ਏ ਇਲਾਹੀ ਦਾ ਮਤਲਬ ਕੀ ਹੁੰਦਾ ਆਪਣੇ ਕੋਲ? ਸ਼ੈਡੋ ਆਫ ਗੋਡ। ਹੁਣੀ ਕਰਵਾਇਆ ਮੈਨੇ। ਸ਼ੈਡੋ ਤੇ ਨਾਇਬ-ਏ ਖੁਦਾਈ ਦਾ ਮਤਲਬ ਹੁੰਦਾ ਮੈਸੇਂਜਰ ਆਫ ਗੋਡ। ਠੀਕ ਹੈ ਜੀ। ਬਹੁਤ ਇੰਪੋਰਟੈਂਟ ਕੁਐਸਚਨ। ਪਹਿਲਾ ਸੁਲਤਾਨ ਕਿਹੜਾ ਸੀ? ਸਭ ਤੋਂ ਪਹਿਲਾ ਸੁਲਤਾਨ ਕਿਹੜਾ ਸੀ ਜਿਹਨੇ ਆਪਣੇ ਕੋਲੇ ਜਿਹੜੀ ਪ੍ਰੋਹਿਬਿਟਡ ਦਾ ਮਤਲਬ ਹੁੰਦਾ ਬੰਦ ਕਰਨਾ, ਅਲਕੋਹਲ
जोकिंग जोक मारना हसना ईवन के अपने दरबार दे विच सारे प्रकार के मतलब अल्कोहल दारूआं हसना बैन कर दिता सी। तो यह भी कौन सीगा जी बलबन सीगा। ये चाहुंदा सीगा क्यों किया क्योंकि ये चाहुंदा सीगा कि मेरा खौफ बनया रहे मेरा की बनया रहे खौफ बनया रहे। ये दल चालीसा का हिस्सा सीगा जी इंपॉर्टेंट है यही दल चालीसा का हिस्सा भी सीगा। पहला ये दल चालीसा का हिस्सा सीगा ते यही वो बंदा है जिन्हें दल चालीसा नूं की करिया सीगा खत्म करिया सी अबॉलिश करिया सी। क्योंकि इहनूं ऐ सी जे मैं दल चालीसा चों उठ के राजा बन सकदा कल नूं कोई दल चालीसा चों होर उठ के भी मेरे परिवार नूं खत्म करके राजा बन सकदा है। ते बलबन दल चालीसा का हिस्सा सीगा बलबन ने ही दल चालीसा नूं खत्म किया सी। ते पूरा सूट बूट पा के एन तैयार होकर दरबार च आया करदा सी ताकि लोकां नूं पता लगे भी ये राजा है भी एक सैपरेट चीज़ दिखे तां करके पूरा खौफ बनाउण दे लई सारा कुछ करिया करदा सी। नवरोज फैसटीवल इन्हें एक फैसटीवल भी शुरू किया जिन्होंने आपां नवरोज कहने। नवरोज अपने को जिहड़े पारसी लोग होंगे ना पारसी उन्हों का न्यू ईयर होंगे। नवरोज पारसी लोगों का की होंगे न्यू ईयर होंगे। तो नवरोज एक फैसटीवल होंगे पारसी लोगों का न्यू ईयर। ये सन वर्शिप होंगी है कादी सूरज की पूजा होंगी है सन वर्शिप होंगी है सूरज की पूजा होंगी है। इन्हूं भी याद रखियो। तो ये बंद किने कराया सी नवरोज नूं बंद किने कराया सीगा औरंगजेब ने। यह भी याद रखियो अगे जाके औरंगजेब की करूगा नवरोज नूं बंद करूगा। आप सारा कुछ अगे भी पढ़ांगे ये बारे भी औरंगजेब ने की किया। बरीद ए मुमलिकत वास द डिपार्टमेंट ऑफ बहुत इंपॉर्टेंट है ये जिथे भी बरीद शब्द आ गया ना बरीद यदा मतलब की सीगा अपने को स्पाई सिस्टम। तो पहली बारी स्पाई सिस्टम कौन लैके आया सीगा अपने को बलबन। बरीद का मतलब की होंगे स्पाई स्पाई का मतलब जसूस जसूसी वाला डिपार्टमेंट जिहड़ा सीगा उहनूं कहंदे सी बरीद ए मुमलिक। ते अपने को बरीद का मतलब की होंदा सी राजा जसूस जिहड़ा भी जसूस। क्योंकि ये एक पॉलिसी सी तुहानूं पता होगा ब्लड एंड आयरन पॉलिसी। ये एक पॉलिसी सी ब्लड एंड आयरन की जिन्हों अगे जाके अलाउद्दीन खिलजी यूज करूगा। दूजी पॉलिसी यदी सीगी किंगशिप नोज किंगशिप नोज नो किनशिप मतलब कि जो राजगद्दी है वह रिश्तेदारी नहीं देखती। तो मतलब जे ਇਹਦਾ कोई आपदा रिश्तेदार या आपदा कोई राजा मंत्री कोई गलती करता सी तो यह नहीं देखता सीगा ये मेरा बंदा है ये न्याय पूरा करता सी। ते बरीद ने तां छड्डे होए सी जेकर पूरे राज दे विच किते भी मेरे खिलाफ कोई विद्रोह वाली गल चल रही है या कोई बगावत करने की सोच भी रहा है तो मेरे तक पहला खबर पहुँच जाए। ठीक है जिवें आपां कहने ना कि अपने को रॉ होगी IB होगी ये अपने को एजेंट छड्ड के रखते हैं तो उवें ही इहने एजेंट छड्डे होए सी जिन्हों अपने को बरीद कहा जाता सी। आमिर खुसरो वाज फर्स्टली इन द कोर्ट ऑफ विच दिल्ली सल्तनत रूलर। बहुत प्यारा क्वेश्चन देखो जो बलबन थी ना बलबन बलबन का बहुत मुंडे सीगे। ठीक है एक दी गल करदा मैं ਇਹਦਾ एक मुंडा सी बुगरा खान बस ये तो आप बाद चों गल करांगे। एक मुंडा सी शहजादा महमूद जिहदा नाम सी शहजादा महमूद। ਇਹਦੇ उत्ते हमला होया ਇਹਦਾ बहुत प्यारा मुंडा सी ते ਇਹਨੂੰ ही ये की करना चाहता सी गद्दी देना चाहता सी क्यों दस रहा मैं हुणे दसूंगा। ਇਹਦੇ दरबार दे विच सी आमिर खुसरो। ਇਹਦੇ दरबार दे विच किहड़ा पोइट सीगा आमिर खुसरो। तो अल्टीमेटली वो किहदे दरबार दे विच हो गया बलबन दे क्योंकि बलबन के टाइम पीरियड की गल चल रही है। पर शहजादा महमूद मारिया जाता है शहजादा महमूद मारिया जाता है मंगोलों के अटैक करके। किहदे अटैक करके जो मंगोलों ने अटैक किया तो शहजादा महमूद मारिया जाता है। तुहानूं शहजादा महमूद की जगह पर किते किते प्रिंस महमूद भी दिखूगा। तो ये जो मारिया जाता तो ये चीज़ इनू अंदरों खत्म कर दिंदी है। 1287 के भी फिर मर जाता है। तो आमिर खुसरो किहदे दरबार दे विच सीगा शहजादा महमूद पर अल्टीमेटली वो किहदे दरबार दे विच आया सब तो पहला बलबन के दरबार दे विच आया सी। ठीक है अगे आ जाओ द सन ऑफ बलबन हुज डेथ डिस्ट्रॉय बलबन। ऑब्वियसली गल है जी हुणी मैं दस्सिया प्रिंस महमूद किते किते तुहानूं प्रिंस महमूद मिलता है अते किते किते तुहानूं शहजादा महमूद मिलता है। ठीक है जी हू वाज द लास्ट रूलर। हुण मेरी गल बड़े प्यार नाल समझो की होया सीगा। ठीक है 5 मिनट की कहानी है हाँ 5 मिनट लग जाएंगे आपां नूं। की होया रजे बंगाल दे विच विद्रोह होया। दिल्ली दे विच कौन है बलबन। तो बंगाल दे विच विद्रोह किया किने तुगरिल बेग ने। किने तुगरिल बेग ने भी मैं आज़ाद हाँ। इत्थों कौन गया बलबन प्लस ये नाल कौन गया बुगरा खान एदा मुंडा। ये दोने इत्थे गए तो एक बाजार है लखनौती का बाजार अजकल शायद कलकत्ते दे विच है। लखनौती के बाजार दे विच तुगरिल बेग नूं मार के ये चम दे विच फूस भर के इहनूं उस बाजार दे विच
ਘੁਮਾਇਆ ਗਿਆ। ਕਿਉਂ ਘੁਮਾਇਆ ਗਿਆ? ਇਹ ਘੁਮਾਇਆ ਕਿਨੇ? ਬਲਬਨ ਨੇ। ਕਿਉਂਕਿ ਬਲਬਨ ਕੀ ਕਹਿੰਦਾ ਸੀਗਾ ਕਿ ਉਹੀ ਬਲੱਡ ਐਂਡ ਆਇਰਨ ਵੀ ਜਿਹੜਾ ਮੇਰੀ ਗੱਲ ਨਹੀਂ ਮੰਨਦਾ ਉਹਨੂੰ ਮਾਰ ਦਿਓ ਤੇ ਬੇਰਹਿਮੀ ਨਾਲ ਮਾਰੋ। ਕਿਉਂਕਿ ਇੱਥੇ ਨਵਾਂ ਗਵਰਨਰ ਉਹਨੇ ਕਿਹਨੂੰ ਲਗਾਇਆ ਫਿਰ? ਬੁਗਰਾ ਖਾਨ ਨੂੰ, ਬੰਗਾਲ ਦੇ ਵਿੱਚ। ਤੇ ਇਹ ਨਹੀਂ ਚਾਹੁੰਦਾ ਸੀ ਅੱਗੇ ਜਾ ਕੇ ਕੀ ਹੋਵੇ ਵੀ ਬੁਗਰਾ ਖਾਨ ਵੀ ਉਹੀ ਗੱਲ ਕਰੇ ਬਗਾਵਤ ਵਾਲੀ ਜਿਹੜੀ ਆ ਕਰ ਗਿਆ। ਸੋ ਇੱਥੇ ਕਿਹਨੂੰ ਲਾਇਆ? ਬੁਗਰਾ ਖਾਨ ਨੂੰ। ਹੁਣ 1287 ਦੇ ਵਿੱਚ 1287 ਦੇ ਵਿੱਚ ਕੌਣ ਮਰ ਗਿਆ? ਆਪਣੇ ਕੋਲੇ ਬਲਬਨ। 1287 ਦੇ ਵਿੱਚ ਬਲਬਨ ਮਰ ਗਿਆ। ਹੁਣ ਇਹ ਕਹਿ ਕੇ ਕਿਹਨੂੰ ਗਿਆ ਸੀਗਾ? ਇਹ ਚਾਹੁੰਦਾ ਕਿਹਨੂੰ ਸੀਗਾ ਆਪਣੇ ਕੋਲੇ? ਪ੍ਰਿੰਸ ਮਹਿਮੂਦ ਨੂੰ। ਪ੍ਰਿੰਸ ਮਹਿਮੂਦ ਜਾਂ ਸ਼ਹਿਜ਼ਾਦਾ ਮਹਿਮੂਦ, ਕੁਝ ਵੀ ਕਹਿ ਲਓ। ਇਹ ਚਾਹੁੰਦਾ ਸੀਗਾ ਕਿ ਪ੍ਰਿੰਸ ਮਹਿਮੂਦ ਨੂੰ ਕੀ ਮਿਲੇ? ਗੱਦੀ ਮਿਲੇ। ਪਰ ਇਹ ਇਹਦੇ ਟਾਈਮ ਰਹਿੰਦੇ ਹੀ ਕੀ ਹੋ ਗਿਆ? ਮਰ ਗਿਆ। ਤਾਂ ਇਹ ਕਹਿ ਗਿਆ ਵੀ ਇਹਦਾ ਮੁੰਡਾ ਸੀਗਾ, ਇਹਦਾ ਮੁੰਡਾ ਸੀਗਾ ਇੱਕ ਜਿਹਦਾ ਨਾਮ ਸੀਗਾ ਕੈ ਖੁਸਰੋ, ਜਿਹਦਾ ਮੁੰਡਾ ਸੀ ਕੈ ਖੁਸਰਾਓ, ਵੀ ਗੱਦੀ ਉਹਨੂੰ ਮਿਲੇ। ਓਬਵੀਅਸ ਜੀ ਗੱਲ ਆ, ਆਪਣੇ ਮੁੰਡੇ ਨੂੰ ਨਾ ਸੀ ਆਪਣੇ ਪੋਤੇ ਨੂੰ ਗੱਦੀ ਦੇਵੇ। ਪਰ ਜਿਹੜੇ ਦਲ 40 ਖਤਮ ਕਰੀ ਸੀ ਉਹਦੇ ਬੰਦੇ ਤਾਂ ਜਿਉਂਦੇ ਹੀ ਸੀਗੇ, ਉਹਨਾਂ ਨੂੰ ਪੋਸਟ ਖਤਮ ਹੋ ਗਈ ਸੀ। ਉਹ ਦਲ 40 ਨੇ ਜ਼ੋਰ ਲਗਾ ਕੇ ਗੱਦੀ ਕਿਹਨੂੰ ਦਵਾਤੀ? ਬੁਗਰਾ ਖਾਨ ਦੇ ਮੁੰਡੇ ਨੂੰ। ਯਾਦ ਰੱਖਿਓ, ਇਹ ਗੱਦੀ ਇਹਨੂੰ ਦੇਣੀ ਚਾਹੁੰਦਾ ਸੀ ਪਰ ਇਹਨੂੰ ਨਾ ਮਿਲ ਕੇ ਗੱਦੀ ਕਿਹਨੂੰ ਮਿਲ ਗਈ? ਬੁਗਰਾ ਖਾਨ ਦੇ ਮੁੰਡੇ ਕੈਕੂਬਾਦ ਨੂੰ। ਯਾਦ ਰੱਖਿਓ, ਕਿਹਨੂੰ ਮਿਲ ਗਈ? ਕੈਕੂਬਾਦ ਨੂੰ ਗੱਦੀ ਮਿਲ ਗਈ। ਇੰਪੋਰਟੈਂਟ। ਤਾਂ ਮਤਲਬ ਬਲਬਨ ਤੋਂ ਬਾਅਦ ਗੱਦੀ ਕਿਹਨੂੰ ਮਿਲੀ ਸੀਗੀ? ਕੈਕੂਬਾਦ ਨੂੰ ਮਿਲੀ। ਕੁਝ ਟਾਈਮ ਲਈ ਇਹ ਆਇਆ ਪਰ ਨਾ ਆਇਆ ਇੱਕੋ ਬਰਾਬਰ ਹੈ। ਆਇਆ ਤਾਂ ਸੀਗਾ ਮਤਲਬ, ਪਰ ਠੀਕ ਹੈ। ਐਕਚੁਅਲ 'ਚ ਗੱਦੀ ਉਹ ਬੁਗਰਾ ਖਾਨ ਨੂੰ ਦੇਣਾ ਚਾਹੁੰਦੇ ਸੀ ਪਰ ਬੁਗਰਾ ਖਾਨ ਆ ਜਿਹੜਾ ਮੰਜ਼ਰ ਹੋਇਆ ਸੀਗਾ ਤੁਗਰਿਲ ਬੇਗ ਨਾਲ, ਉਹ ਦੇਖ ਕੇ ਡਰ ਗਿਆ ਤੇ ਬੁਗਰਾ ਖਾਨ ਕਹਿੰਦਾ ਮੈਂ ਗੱਦੀ ਨਹੀਂ ਲਾਉਂਗਾ। ਠੀਕ ਹੈ। ਤਾਂ ਆਪਣੇ ਕੋਲੇ ਕੈਕੂਬਾਦ ਨੂੰ ਕੀ ਕਰਤੀ? ਗੱਦੀ ਦੇਤੀ। ਤਾਂ ਕੈਕੂਬਾਦ ਨੇ ਕੀ ਕਰਿਆ? ਪੰਜਾਬ ਤੋਂ ਇੱਕ ਬੰਦਾ ਬੁਲਾਇਆ। ਉਸ ਟਾਈਮ ਪੰਜਾਬ ਦਾ ਗਵਰਨਰ ਸੀਗਾ ਮਲਿਕ ਫਿਰੋਜ਼। ਕੀ ਨਾਮ ਸੀ? ਮਲਿਕ। ਪੰਜਾਬ ਤੋਂ ਇੱਕ ਗਵਰਨਰ ਬੁਲਾਇਆ ਜਿਹਦਾ ਨਾਮ ਸੀ ਮਲਿਕ ਫਿਰੋਜ਼। ਪੰਜਾਬ ਦਾ ਮਲਿਕ ਫਿਰੋਜ਼ ਬੁਲਾਇਆ ਵੀ ਚੱਲ ਤੂੰ ਮੇਰੀ ਦੇਖ ਰੇਖ ਕਰ ਲੇਗਾ। ਉਹੀ ਗੱਲ ਹੋਈ, ਦੇਖ ਰੇਖ ਕੀਤਾ। ਕੈਕੂਬਾਦ ਨੇ ਮਲਿਕ ਫਿਰੋਜ਼ ਨੂੰ ਸ਼ਾਹਿਸਤਾ ਖਾਨ ਦੀ ਉਪਾਧੀ ਦਿੱਤੀ। ਕਾਦੀ? ਸ਼ਾਹਿਸਤਾ ਖਾਨ ਦੀ, ਵੀ ਬਹੁਤ ਤਕੜਾ ਯੋਧਾ। ਸ਼ਾਹਿਸਤਾ ਖਾਨ ਦੀ ਉਪਾਧੀ ਦਿੱਤੀ। ਪਰ ਅਖੀਰ 'ਚ ਇਹ ਵੀ ਕੀ ਹੋ ਗਿਆ? ਮਰ ਗਿਆ ਲਗਭਗ 1290 ਦੇ ਵਿੱਚ। ਇਹਦਾ 3 ਸਾਲ ਦਾ ਮੁੰਡਾ ਸੀਗਾ, ਸਿਰਫ 3 ਸਾਲ ਦਾ, ਜਿਹਦਾ ਨਾਮ ਸੀ ਕੈਮੂਰਸ। ਤੇ ਕਹਿੰਦੇ ਨੇ ਇਤਿਹਾਸਕਾਰ ਕਿ ਜਿਹੜਾ ਫਿਰ ਆ ਸ਼ਾਇਸਤਾ ਖਾਨ ਜਾਂ ਮਲਿਕ ਫਿਰੋਜ਼ ਸੀਗਾ, ਇਹਨੂੰ ਵੀ ਮਾਰਤਾ ਅਤੇ ਗੱਦੀ ਉੱਤੇ ਆਪ ਕਾਬਜ਼ ਹੋ ਗਿਆ। ਤਾਂ ਪੇਪਰ 'ਚ ਆਉਂਦਾ ਆਖਰੀ ਰੂਲਰ ਕੌਣ ਸੀਗਾ? ਜੇ ਤਾਂ ਕੈਮੂਰਸ ਦਾ ਨਾਮ ਹੈ ਫਿਰ ਤੁਸੀਂ ਕੈਮੂਰਸ ਲਗਾਓਗੇ, ਨਹੀਂ ਤਾਂ 95% ਤੁਹਾਡੇ ਕੋਲੇ ਆਪਸ਼ਨ ਦੇ ਵਿੱਚ ਕੈਕੂਬਾਦ ਮਿਲੂਗਾ। ਤਾਂ ਲਾਸਟ ਰੂਲਰ ਆਫ ਦਿੱਲੀ ਸਲਤਨਤ, ਸੌਰੀ ਸਲੇਵ ਡਾਇਨੈਸਟੀ ਕੌਣ ਸੀਗਾ? ਆਪਣੇ ਕੋਲੇ ਕੈਕੂਬਾਦ ਸੀਗਾ। ਤੇ ਕੈਕੂਬਾਦ ਤੋਂ ਬਾਅਦ ਕੈਮੂਰਸ ਨੂੰ ਮਾਰ ਕੇ ਮਲਿਕ ਫਿਰੋਜ਼ ਨੇ ਆਪਣੀ ਇੱਕ ਨਵੀਂ ਡਾਇਨੈਸਟੀ ਸ਼ੁਰੂ ਕੀਤੀ ਜਿਸ ਨੂੰ ਆਪਾਂ ਕੀ ਕਹਿੰਦੇ ਆ? ਖਿਲਜੀ ਡਾਇਨੈਸਟੀ। ਜਿਸ ਨੂੰ ਆਪਾਂ ਕੀ ਕਹਿੰਦੇ ਆ? ਖਿਲਜੀ ਡਾਇਨੈਸਟੀ। ਤਾਂ 1290 ਤੋਂ ਲੈ ਕੇ 1320 ਤੱਕ ਕਿਹੜੀ ਚੱਲੂਗੀ? ਖਿਲਜੀ ਡਾਇਨੈਸਟੀ ਚੱਲੂਗੀ। ਠੀਕ ਹੈ ਜੀ। ਸੋ ਮੇਰੀ ਗੱਲ ਧਿਆਨ ਨਾਲ ਸੁਣੋ ਬਈ, ਹੁਣ ਤੱਕ ਆਪਾਂ ਕਾਫੀ ਕੁਝ ਕਰ ਚੁੱਕੇ। ਉਹ ਸਾਰਾ ਕੁਝ ਮੈਂ ਤੁਹਾਨੂੰ ਇੱਕ ਵਾਰੀ ਛੋਟਾ ਜਿਹਾ ਦੱਸ ਦਿੰਦਾ। ਆਪਾਂ ਸਭ ਤੋਂ ਪਹਿਲਾਂ ਕੀ ਕਰਿਆ? ਚਲੋ ਮੈਂ ਤੁਹਾਨੂੰ ਇਹਦੇ ਵਿੱਚ ਹੀ ਇੱਕ ਦੱਸ ਦਿੰਦਾ। ਦੇਖੋ ਬਈ, ਆਪਾਂ ਕੀ ਕੁਝ ਕਰ ਲਿਆ ਹੁਣ ਤੱਕ। ਇਫ ਆਈ ਟੈਲ ਯੂ ਕਿ ਆਪਾਂ ਨੇ ਕੀ ਕੁਝ ਕਰ ਲਿਆ, ਮੈਂ ਥੋੜਾ ਜਿਹਾ ਤੁਹਾਨੂੰ ਬਰੀਫਲੀ ਦੱਸ ਦਿੰਦਾ ਬਈ ਕੀ ਕੁਝ ਕਰ ਲਿਆ ਆਪਾਂ ਨੇ। ਹਾਂ ਦੇਖੋ, ਸਭ ਤੋਂ ਪਹਿਲਾਂ ਆਪਾਂ ਨੇ ਕਰਿਆ 712 ਦੇ ਵਿੱਚ, 712 ਏਡੀ ਦੇ ਵਿੱਚ ਹਮਲਾ ਕਿਹਦਾ? ਕਾਸਿਮ ਦਾ, ਮੁਹੰਮਦ ਬਿਨ ਕਾਸਿਮ ਦਾ। ਉਹ ਤੋਂ ਬਾਅਦ ਮੇਨ ਜੋ ਸੀਗੇ ਆਪਣੇ ਕੋਲੇ 17 ਹਮਲੇ ਕੀਤੇ। 17 ਅਟੈਕ ਕਿਸਨੇ? ਆਫ ਗਜ਼ਨੀ ਨੇ। ਉਹ ਤੋਂ ਬਾਅਦ ਆਪਾਂ ਨੇ ਪੜ੍ਹਿਆ ਗੌਰੀ ਦੇ ਬਾਰੇ, ਅੱਜ ਹੀ ਪੜ੍ਹਿਆ ਗੌਰੀ ਦੇ ਦੋਨੇ ਯੁੱਧ। ਠੀਕ ਹੈ। ਉਹ ਤੋਂ ਬਾਅਦ ਆਪਾਂ ਨੇ ਪੜ੍ਹੀ ਸਲੇਵ ਡਾਇਨੈਸਟੀ। ਸਲੇਵ ਡਾਇਨੈਸਟੀ ਆਪਾਂ ਨੇ ਪੂਰੀ ਦੀ ਪੂਰੀ ਕਵਰ ਕਰੀ 1206 ਤੋਂ 1290 ਤੱਕ, ਜਿਹਦੇ ਵਿੱਚ ਆਪਾਂ ਨੇ ਮੇਨ ਕਿਹੜੇ ਪੜ੍ਹੇ? ਕੁਤੁਬਉਦੀਨ ਐਬਕ, ਇਲਤੁਤਮਿਸ਼, ਰਜ਼ੀਆ ਸੁਲਤਾਨ ਐਂਡ
बलबन। ਇਹ ਰਾਜੇ ਪੜ੍ਹਨ ਵਾਲੇ ਸੀ, ਇਹ ਰਾਜੇ ਆਪਾਂ ਨੇ ਪੜ੍ਹ ਲਏ। ਸੋ ਮੈਂ ਤੁਹਾਨੂੰ ਇੱਕ ਬਰੀਫਲੀ ਦੱਸਿਆ। ਹੁਣ ਆਪਾਂ ਅੱਗੇ ਜਾ ਕੇ ਕੀ ਪੜ੍ਹਾਂਗੇ ਰਾਜੇ? ਖਿਲਜੀ ਵੰਸ਼। ਠੀਕ ਹੈ ਜੀ, ਖਿਲਜੀ ਦੇ ਦੋਨੇ ਰਾਜੇ ਪੜ੍ਹਾਂਗੇ ਆਪਾਂ ਜਿਹੜੇ ਮੇਨ ਨੇ। ਸੋ ਮੇਰੇ ਨਾਲ ਬਣੇ ਰਹੋ ਤੇ ਲੈਕਚਰ ਜ਼ਰੂਰ ਲਾਉਂਦੇ ਰਿਹਾ ਕਰੋ, ਹੌਸਲਾ ਅਫਜ਼ਾਈ ਕਰਦੇ ਰਿਹਾ ਕਰੋ। ਥੈਂਕ ਯੂ ਵੈਰੀ ਮੱਚ।